ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਬਹੁਤ ਮਹੱਤਵਪੂਰਨ ਪਹਿਲੂ ਤੇ ਚਰਚਾ ਕਰਨੀ ਹੈ। ਬਹੁਤ ਹੀ ਅਹਿਮ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜਿਹਦੇ ਵਿੱਚੋਂ ਇੱਕ ਵੱਡੀ ਸਿੱਖਿਆ ਮਿਲੇਗੀ। ਇਸ ਕਰਕੇ ਅੰਤ ਤੱਕ ਸਾਡੇ ਨਾਲ ਜ਼ਰੂਰ ਬਣੇ ਰਹਿਓ। ਗੁਜ਼ਰੇ ਜ਼ਮਾਨੇ ਦੀ ਗੱਲ ਹੈ, ਇੱਕ ਨਗਰ ਦੇ ਵਿੱਚ ਭਗਵਾਨ ਦਾਸ ਨਾਮੀ ਇੱਕ ਇਨਸਾਨ ਰਹਿੰਦਾ ਸੀ। ਬੜਾ ਹੀ ਨੇਕ ਸੀ, ਬੜਾ ਹੀ ਮਿਹਨਤੀ। ਸਾਰੀ ਉਮਰ ਉਸਨੇ ਮਿਹਨਤ ਕੀਤੀ, ਰੱਜ ਕੇ ਕਮਾਈ ਕੀਤੀ, ਆਪਣੇ ਪਰਿਵਾਰ ਨੂੰ ਕਿੱਥੋਂ ਕਿੱਥੇ ਲੈ ਆਇਆ। ਬਹੁਤ ਉਸਨੇ ਜਾਇਦਾਦ ਬਣਾ ਲਈ, ਬਹੁਤ ਕੁਝ ਬਣਾ ਲਿਆ। ਜੇ ਨਹੀਂ ਉਸਨੇ ਕਮਾਇਆ ਤਾਂ ਇੱਕ ਉਸ ਤੋਂ ਵੱਡੀ ਗਲਤੀ ਰਹਿ ਗਈ, ਉਹ ਇਹ ਕਿ ਪੁੱਤਰਾਂ ਨੂੰ ਉਹ ਅਕਲ ਨਹੀਂ ਦੇ ਸਕਿਆ, ਪੁੱਤਰਾਂ ਨੂੰ ਉਹ ਢੰਗ ਦੀ ਸਿੱਖਿਆ ਨਹੀਂ ਦੇ ਸਕਿਆ। ਜਿਵੇਂ ਜਿਵੇਂ ਉਹ ਕਮਾਈ ਕਰਦਾ ਗਿਆ, ਪੁੱਤਰ ਵੱਡੇ ਹੁੰਦੇ ਗਏ। ਉਹ ਸਾਰਾ ਕੁਝ ਪੁੱਤਰਾਂ ਨੂੰ ਦੱਸ ਦਿੰਦਾ ਕਿ ਆਪਾਂ ਇੰਨੀ ਕਮਾਈ ਕੀਤੀ ਹੈ, ਇੱਥੇ ਇੱਥੇ ਆਪਣੀ ਜਾਇਦਾਦ ਹੈ, ਆਪਾਂ ਇੰਨੀ ਪੂੰਜੀ ਦੇ ਮਾਲਕ ਹਾਂ। ਜਦੋਂ ਇਹ ਗੱਲ ਉਹਨਾਂ ਪੁੱਤਰਾਂ ਨੂੰ ਪਤਾ ਲੱਗੀ ਤਾਂ ਉਹਨਾਂ ਦੇ ਦਿਮਾਗ ਖਰਾਬ ਹੋਣੇ ਸ਼ੁਰੂ ਹੋ ਗਏ। ਉਹਨਾਂ ਨੇ ਲੜਾਈਆਂ ਕਰਿਆ ਕਰਨੀਆਂ, ਉਹਨਾਂ ਨੇ ਗਲਤ ਕੰਮ ਕਰਿਆ ਕਰਨੇ। ਸਾਰੇ ਪਿੰਡ ਵਾਲਿਆਂ ਨੇ ਇਸ ਗੱਲ ਦੀ ਚਰਚਾ ਕਰਿਆ ਕਰਨੀ ਕਿ ਭਗਵਾਨ ਦਾਸ ਆਪ ਤਾਂ ਪ੍ਰਮਾਤਮਾ ਦਾ ਨੇਕ ਇਨਸਾਨ ਹੈ, ਕਮਾਈ ਕਰਦਾ ਹੈ, ਦਾਨ ਪੁੰਨ ਵੀ ਕਰਦਾ ਹੈ, ਬਹੁਤ ਕੁਛ ਇਸ ਨੇ ਬਣਾ ਲਿਆ, ਪਰ ਇਸ ਤੋਂ ਪੁੱਤਰ ਨਾ ਬਣਾਏ ਗਏ। ਇਹ ਪੁੱਤਰ ਹੌਲੀ ਹੌਲੀ ਕੁਪੁੱਤਰ ਹੁੰਦੇ ਜਾਣਗੇ। ਹਰ ਇੱਕ ਨੇ ਇਹ ਗੱਲ ਦੀ ਚਰਚਾ ਕਰਿਆ ਕਰਨੀ। ਭਗਵਾਨ ਦਾਸ ਨੂੰ ਵੀ ਆ ਕੇ ਕਿਆ ਕਰਨਾ ਕਿ ਤੂੰ ਹੋਰ ਪਾਸੇ ਮਿਹਨਤ ਬਹੁਤ ਕਰਦਾ ਹੈ, ਆਪਣੇ ਘਰੇ ਵੀ ਮਿਹਨਤ ਕਰ, ਆਪਣੇ ਬੱਚਿਆਂ ਨਾਲ ਮੱਥਾ ਮਾਰ, ਉਹਨਾਂ ਨੂੰ ਧੇਲੇ ਦੀ ਅਕਲ ਦੇ। ਭਗਵਾਨ ਦਾਸ ਨੇ ਉਹਨਾਂ ਦੀ ਗੱਲ ਸੁਣਿਆ ਕਰਨੀ, ਆਪਣੇ ਬੱਚਿਆਂ ਨੂੰ ਸਮਝਾਇਆ ਵੀ ਕਰਨਾ। ਪਰ ਹੌਲੀ ਹੌਲੀ ਜਿਵੇਂ ਉਹਨਾਂ ਦੀਆਂ ਬਦਖੂਈਆਂ ਬਦਤਮੀਜ਼ੀਆਂ ਵਧਦੀਆਂ ਗਈਆਂ, ਭਗਵਾਨ ਦਾਸ ਦੀ ਸਿਹਤ ਕਮਜ਼ੋਰ ਹੁੰਦੀ ਗਈ। ਵੈਸੇ ਵੀ ਉਮਰ ਦਾ ਤਕਾਜ਼ਾ ਸੀ, ਜਿਵੇਂ ਜਿਵੇਂ ਉਹ ਬੁੱਢਾ ਹੁੰਦਾ ਗਿਆ, ਉਸ ਦਾ ਸਰੀਰ ਇੱਕਦਮ ਕੰਮ ਛੱਡਦਾ ਗਿਆ। ਇੱਕ ਦਿਨ ਉਸਨੇ ਆਪਣੇ ਤਿੰਨਾਂ ਪੁੱਤਰਾਂ ਨੂੰ ਬੁਲਾਇਆ ਤੇ ਕਿਹਾ ਕਿ ਮੇਰਾ ਸਰੀਰ ਹੁਣ ਸਾਥ ਦਿੰਦਾ ਨਹੀਂ ਜਾਪਦਾ, ਮੈਨੂੰ ਤੁਸੀਂ ਕਿਸੇ ਹਸਪਤਾਲ ਭਰਤੀ ਕਰਵਾ ਦਿਓ। ਪੁੱਤਰਾਂ ਨੇ ਉਸ ਦੀ ਗੱਲ ਸੁਣ ਲਈ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਡੀ ਜ਼ਿੰਦਗੀ ਤਾਂ ਇਹੀ ਸਵਾਰ ਗਿਆ। ਜੇ ਅੱਜ ਅਸੀਂ ਐਸ਼ ਪ੍ਰਸਤੀ ਦੀ ਜ਼ਿੰਦਗੀ ਜਿਉ ਰਹੇ ਹਾਂ ਤੇ ਉਹਦੇ ਵਿੱਚ ਇੱਕ ਵੱਡੀ ਭੂਮਿਕਾ ਸਾਡੇ ਬਾਪ ਦੀ ਹੈ, ਜਿਸ ਨੇ ਸਾਨੂੰ ਇੰਨੀ ਪੂੰਜੀ ਦਾ ਮਾਲਕ ਬਣਾਇਆ। ਪੁੱਤਰਾਂ ਨੇ ਉਸ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ। ਥੋੜੇ ਦਿਨਾਂ ਬਾਅਦ ਭਗਵਾਨ ਦਾਸ ਨੇ ਆਪਣੇ ਤਿੰਨਾਂ ਪੁੱਤਰਾਂ ਨੂੰ ਤੇ ਕੁਝ ਮੋਹਤਵਾਰ ਬੰਦਿਆਂ ਨੂੰ ਆਪਣੇ ਕੋਲ ਬੁਲਾਇਆ। ਭਗਵਾਨ ਦਾਸ ਕਹਿਣ ਲੱਗਿਆ ਕਿ ਦੇਖੋ ਪੁੱਤਰੋ, ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਮੇਰਾ ਜਿਹੜਾ ਇੰਤਕਾਲ ਦਾ ਸਮਾਂ ਹੈ ਉਹ ਨੇੜੇ ਹੈ। ਮੈਂ ਇਸ ਜਹਾਨੋਂ ਰੁਖਸਤ ਹੋਣ ਵਾਲਾ ਹਾਂ। ਹੁਣ ਮੈਂ ਚਾਹੁੰਦਾ ਹਾਂ ਕਿ ਜਿੰਨੀ ਵੀ ਮੈਂ ਜ਼ਮੀਨ ਜਾਇਦਾਦ ਪੂੰਜੀ ਬਣਾਈ ਹੈ, ਧਨ ਪੈਸਾ ਇਕੱਠਾ ਕੀਤਾ ਹੈ, ਉਹਨੂੰ ਤੁਹਾਡੇ ਤਿੰਨਾਂ ਦੇ ਵਿੱਚ ਢੰਗ ਤਰੀਕੇ ਦੇ ਨਾਲ ਤਕਸੀਮ ਕਰ ਜਾਵਾਂ। ਇਸੇ ਕਰਕੇ ਮੈਂ ਮੋਹਤਵਾਰ ਬੰਦੇ ਵੀ ਸੱਦ ਲਏ ਨੇ ਕਿ ਜਿਹੜੀ ਗੱਲ ਮੈਂ ਅੱਜ ਕਹਿ ਦਿਆਂ, ਮੇਰੇ ਜਾਣ ਪਿੱਛੋਂ ਤੁਹਾਡੇ ਵਿੱਚ ਕੋਈ ਲੜਾਈ ਨਾ ਹੋਵੇ, ਕੋਈ ਰੌਲਾ ਰੱਪਾ ਨਾ ਹੋਵੇ। ਉਹ ਕਹਿੰਦੇ ਠੀਕ ਹੈ। ਉਸਨੇ ਕਿਹਾ ਕਿ ਮੈਂ 2 ਵਸੀਅਤਾਂ ਲਿਖਣੀਆਂ ਹਨ, ਮੈਨੂੰ ਕਾਗਜ਼ ਤੇ ਕਲਮ ਲਿਆ ਦਿਓ। ਉਹਨਾਂ ਲਿਆ ਦਿੱਤੇ। ਇਸ ਉਪਰੰਤ ਉਸਨੇ ਇੱਕ ਗੱਲ ਹੋਰ ਕਹੀ ਕਿ ਮੈਨੂੰ 2 ਲਿਫਾਫੇ ਵੀ ਲਿਆ ਦਿਓ, ਇੱਕ ਦਾ ਰੰਗ ਲਾਲ ਹੋਵੇ, ਇੱਕ ਦਾ ਰੰਗ ਹੋਵੇ ਨੀਲਾ। ਉਸਨੇ ਭਗਵਾਨ ਦਾਸ ਨੇ 2 ਵਸੀਅਤਾਂ ਲਿਖ ਦਿੱਤੀਆਂ। ਇੱਕ ਵਸੀਅਤ ਨੂੰ ਲਾਲ ਲਿਫਾਫੇ ਦੇ ਵਿੱਚ ਇਸ ਤਰੀਕੇ ਨਾਲ ਬੰਦ ਕਰ ਦਿੱਤਾ ਤੇ ਮੋਹਤਵਾਰਾਂ ਨੂੰ ਫੜਾ ਦਿੱਤੀਆਂ ਕਿ ਕੋਈ ਉਸ ਦੀ ਗੈਰ ਮੌਜੂਦਗੀ 'ਚ ਖੋਲ੍ਹੇਗਾ ਤਾਂ ਪਤਾ ਲੱਗ ਜਾਵੇਗਾ ਕਿ ਕਿਸੇ ਨੇ ਇੱਕ ਵਾਰ ਇਸ ਨੂੰ ਖੋਲ੍ਹਿਆ ਹੋਇਆ ਹੈ। ਦੋਨੋਂ ਵਸੀਅਤਾਂ ਲਿਖ ਕੇ ਉਹਨਾਂ ਮੋਹਤਵਾਰਾਂ ਨੂੰ ਦੇ ਦਿੱਤੀਆਂ ਤੇ ਨਾਲ ਦੀ ਨਾਲ ਕਹਿ ਦਿੱਤਾ ਕਿ ਜਿਹੜੀ ਲਾਲ ਲਿਫਾਫੇ ਵਾਲੀ ਵਸੀਅਤ ਹੈ ਉਹ ਮੇਰੇ ਸੰਸਕਾਰ ਤੋਂ ਪਹਿਲਾਂ ਪੜ੍ਹਨੀ ਹੈ, ਉੱਥੇ ਜਾ ਕੇ ਪੜ੍ਹਨੀ ਹੈ ਸ਼ਮਸ਼ਾਨ ਘਾਟ ਦੇ ਵਿੱਚ। ਤੇ ਇਹ ਤੁਸੀਂ ਕਿਸੇ ਪੰਡਤ ਨੂੰ ਕਹਿ ਸਕਦੇ ਹੋ, ਕਿਸੇ ਪੁਜਾਰੀ ਨੂੰ ਕਹਿ ਸਕਦੇ ਹੋ। ਉੱਚੀ ਆਵਾਜ਼ ਦੇ ਵਿੱਚ ਉਹ ਸਾਰਿਆਂ ਦੇ ਸਾਹਮਣੇ ਪੜ੍ਹੇਗਾ। ਤੇ ਦੂਜੀ ਜਿਹੜੀ ਨੀਲੇ ਲਿਫਾਫੇ ਦੀ ਵਸੀਅਤ ਹੈ, ਇਹ ਜਦੋਂ ਸੰਸਕਾਰ ਹੋ ਗਿਆ, ਜਦੋਂ ਮੇਰਾ ਸਰੀਰ ਹੈ ਉਹ ਜਿੱਥੋਂ ਬਣਿਆ ਹੈ ਉਹਦੇ ਵਿੱਚ ਵਾਪਸ ਵਿਲੀਨ ਹੋ ਗਿਆ, ਸ਼ਾਮਿਲ ਹੋ ਗਿਆ, ਦੂਜੀ ਵਸੀਅਤ ਉਦੋਂ ਪੜ੍ਹਨੀ ਹੈ। ਸਾਰਿਆਂ ਨੇ ਗੱਲਬਾਤ ਸਮਝ ਲਈ, ਤਿੰਨਾਂ ਪੁੱਤਰਾਂ ਨੇ ਵੀ, ਮੋਹਤਵਾਰਾਂ ਨੇ ਵੀ। ਉਸ ਤੋਂ ਬਾਅਦ ਭਗਵਾਨ ਦਾਸ ਦੀ ਜਿਹੜੀ ਤਬੀਅਤ ਹੈ, ਜਿਹੜੀ ਸਿਹਤ ਹੈ, ਉਹ ਦਿਨ ਬ ਦਿਨ ਹੋਰ ਗੁਜ਼ਰਦੀ ਗਈ, ਹੋਰ ਬੀਤਦੀ ਗਈ ਤੇ ਥੋੜੇ ਦਿਨਾਂ ਦੇ ਵਿੱਚ ਉਹ ਇਸ ਜਹਾਨੋਂ ਰੁਖਸਤ ਹੋ ਗਿਆ, ਚਾਲੇ ਪਾ ਗਿਆ, ਅਕਾਲ ਚਲਾਣੀ ਕਰ ਗਿਆ। ਉਸਦੇ ਪੁੱਤਰਾਂ ਨੇ ਉਸ ਦੀਆਂ ਅੰਤਿਮ ਰਸਮਾਂ ਦੇ ਲਈ ਜੋ ਕੁਝ ਜ਼ਰੂਰੀ ਦੀਆਂ ਲੋੜੀਂਦੀਆਂ ਵਸਤਾਂ ਸਨ ਉਹ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਉਸਨੇ ਜਾ ਕੇ ਪੰਡਿਤ ਨੂੰ ਵੀ ਬੁਲਾ ਲਿਆ ਤਾਂ ਕਿ ਤੁਸੀਂ ਢੰਗ ਤਰੀਕੇ ਦੇ ਨਾਲ ਆਖਰੀ ਰਸਮਾਂ ਕਰ ਦਿਓ। ਉਸਦੇ ਜਿਹੜੇ ਤਿੰਨੇ ਪੁੱਤਰ ਸਨ ਨਾ, ਉਹਨਾਂ ਦੇ ਵਿੱਚ ਕੋਈ ਉਦਾਸੀ ਨਹੀਂ ਸੀ, ਕੋਈ ਗਮੀ ਨਹੀਂ ਸੀ, ਸਗੋਂ ਉਹਨਾਂ ਨੂੰ ਤਾਂ ਲਾਲਚ ਸੀ ਕਿ ਪਹਿਲਾਂ ਤਾਂ ਸਾਨੂੰ ਰੋਕ ਟੋਕ ਹੁੰਦੀ ਸੀ, ਕਦੇ ਨਾ ਕਦੇ ਸਾਡਾ ਪਿਓ ਸਾਨੂੰ ਟੋਕ ਦਿੰਦਾ ਸੀ ਕਿ ਆਹ ਨਾ ਕਰੋ, ਇੰਝ ਨਾ ਕਰੋ, ਪੈਸਾ ਢੰਗ ਤਰੀਕੇ ਨਾਲ ਵਰਤੋ। ਹੁਣ ਤੇ ਅਸੀਂ ਖੁੱਲੀਆਂ ਉਡਾਵਾਂਗੇ। ਸੋ ਸਭ ਕੁਝ ਤੈਅ ਤਰੀਕੇ ਨਾਲ ਹੋਇਆ। ਉੱਥੇ ਸ਼ਮਸ਼ਾਨ ਘਾਟ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ, ਕਿਉਂਕਿ ਇਹ ਇੱਕ ਨੇਕ ਪਾਕ ਇਨਸਾਨ ਸੀ। ਇਸਨੇ ਸਾਰੀ ਉਮਰ ਹੱਕ ਹਲਾਲ ਦੀ ਕਮਾਈ ਦੇ ਵਿੱਚ ਯਕੀਨ ਰੱਖਿਆ ਸੀ। ਲੋਕ ਇੱਕ ਦੂਜੇ ਦੇ ਅੱਗੇ ਉਸ ਦੀਆਂ ਨੇਕੀ ਦੀਆਂ ਗੱਲਾਂ ਕਰਦੇ।
ਜੋ ਕੁਛ ਉਸਨੇ ਕੀਤਾ ਸੀ, ਚੰਗਾ ਕੀਤਾ ਸੀ, ਉਸਦੀ ਸਲਾਹੁਤਾ ਕਰ ਰਹੇ ਸਨ। ਫਿਰ ਮੋਹਤਵਾਰਾਂ ਨੇ ਇੱਕ ਚਿੱਠੀ ਉਸ ਪੰਡਿਤ ਜੀ ਨੂੰ ਦਿੱਤੀ। ਸੰਸਕਾਰ ਕਰਨ ਤੋਂ ਪਹਿਲਾਂ ਇਹ ਲਾਲ ਲਿਫਾਫੇ ਵਾਲੀ ਚਿੱਠੀ ਸੀ। ਸਾਰਿਆਂ ਦੇ ਸਾਹਮਣੇ ਉਹ ਲਿਫਾਫਾ ਖੋਲ੍ਹਿਆ ਗਿਆ। ਪਤਾ ਲੱਗਿਆ ਕਿ ਇਸ ਦੇ ਨਾਲ ਕੋਈ ਛੇੜਛਾੜ ਨਹੀਂ ਹੋਈ। ਉੱਚੀ ਆਵਾਜ਼ ਦੇ ਵਿੱਚ ਪੜ੍ਹਨ ਲਈ ਕਿਹਾ ਗਿਆ। ਜਦੋਂ ਪੰਡਿਤ ਜੀ ਨੇ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਸਾਰੇ ਸੁਣ ਕੇ ਦੰਗ ਰਹਿ ਗਏ, ਹੈਰਾਨ ਹੋ ਗਏ। ਉਸ ਦੇ ਵਿੱਚ ਲਿਖਿਆ ਸੀ ਕਿ ਜਿਹੜੇ ਬੰਦਿਆਂ ਨੂੰ ਮੇਰੇ ਮਰੇ ਤੇ ਕੋਈ ਅਫਸੋਸ ਨਹੀਂ, ਉਹ ਇੱਕ ਪਾਸੇ ਖੜੇ ਹੋ ਜਾਣ। ਇਹ ਉਹ ਬੰਦੇ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਪ੍ਰਮਾਤਮਾ ਦੇ ਅੱਗੇ ਮੇਰੀ ਆਤਮਾ ਦੀ ਸ਼ਾਂਤੀ ਦੀ ਕੋਈ ਅਰਦਾਸ ਨਹੀਂ ਕਰਨੀ। ਇਹ ਸਿਰਫ ਮੂੰਹ ਮੁਲਾਜ਼ਾ ਰੱਖਣ ਲਈ ਆਏ ਹੋਣ। ਇਹਨਾਂ ਨੂੰ ਮੇਰੇ ਜਾਣ ਤੇ ਕੋਈ ਗਮ ਨਾ ਹੋਇਆ ਹੋਵੇ। ਇਹ ਜਿਉਂਦੇ ਤਿਉਂ ਆਉਣ ਤੇ ਉਵੇਂ ਵਾਪਸ ਪਰਤਣ ਵਾਲੇ ਲੋਕ ਹੋਣ। ਇਹ ਇੱਕ ਪਾਸੇ ਖੜੇ ਹੋ ਜਾਣ, ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਸਵਰਗਾਂ ਦੇ ਵਿੱਚ ਜਾਣਾ ਹੈ ਜਾਂ ਨਰਕਾਂ ਦੇ ਵਿੱਚ ਜਾਣਾ ਹੈ, ਜਿਨ੍ਹਾਂ ਨੇ ਸਵਰਗਾਂ ਦੇ ਵਿੱਚ ਪਹੁੰਚਾਉਣ ਲਈ ਪਰਮਾਤਮਾ ਦੇ ਅੱਗੇ ਇੱਕ ਵਾਰ ਵੀ ਅਰਦਾਸ ਨਹੀਂ ਕਰਨੀ। ਇਹ ਉਹ ਲੋਕ ਹੋਣ। ਕੋਈ ਇੱਕ ਪਾਸੇ ਨਹੀਂ ਖੜਾ ਹੋਇਆ। ਅਗਲੀ ਲਾਈਨ ਜਦੋਂ ਪੰਡਿਤ ਜੀ ਨੇ ਪੜ੍ਹੀ ਤਾਂ ਫਿਰ ਇੱਕ ਵਾਰ ਹਫੜਾ ਦਫੜੀ ਮਚ ਗਈ। ਅਗਲੀ ਲਾਈਨ ਦੇ ਵਿੱਚ ਲਿਖਿਆ ਹੋਇਆ ਸੀ, ਅਗਲੀ ਤੁਕ ਦੇ ਵਿੱਚ ਲਿਖਿਆ ਹੋਇਆ ਸੀ ਕਿ ਇਹ ਲੋਕ ਜਿਹੜੇ ਇੱਕ ਪਾਸੇ ਖੜੇ ਹੋ ਗਏ ਨੇ, ਇਹਨਾਂ ਸਾਰਿਆਂ ਦੇ ਵਿੱਚ ਬਰਾਬਰ ਹਿੱਸੇ ਦੇ ਵਿੱਚ ਮੇਰੇ ਨਾਮ ਜੋ ਜ਼ਮੀਨ ਹੈ, ਜਾਇਦਾਦ ਹੈ, ਜੋ ਪੂੰਜੀ ਮੈਂ ਬਣਾਈ ਹੈ, ਇਹ ਸਾਰੀ ਇਹਨਾਂ ਦੇ ਵਿੱਚ ਤਕਸੀਮ ਕਰ ਦਿੱਤੀ ਜਾਵੇ, ਜਿਨ੍ਹਾਂ ਨੂੰ ਮੇਰੇ ਮਰੇ ਨਾਲ ਕੋਈ ਅਫਸੋਸ ਨਹੀਂ, ਕੋਈ ਫਰਕ ਨਹੀਂ ਪੈਂਦਾ। ਇੰਨੀ ਗੱਲ ਬੋਲਣ ਦੀ ਦੇਰ ਸੀ ਕਿ ਇੱਕ ਬੰਦੇ ਨੇ ਜਿਗਰਾ ਕੱਢ ਕੇ ਇੱਕ ਪਾਸੇ ਜਾਣ ਦਾ ਉਦਮ ਕੀਤਾ। ਉਸ ਨੂੰ ਇਹ ਸੀ ਕਿ ਮੈਨੂੰ ਕੀ ਫਰਕ ਪੈਂਦਾ ਹੈ, ਕਿਸੇ ਦਾ ਪਿਓ ਹੈ, ਕਿਸੇ ਦਾ ਭਰਾ ਹੈ, ਮੇਰੀ ਸਿਹਤ ਤੇ ਕੀ ਅਸਰ। ਇਹ ਜਿੰਨੀ ਜ਼ਮੀਨ ਜਾਇਦਾਦ ਦਾ ਮਾਲਕ ਹੈ ਉਹ ਮੇਰੇ ਨਾਮ ਹੋ ਜਾਵੇਗੀ। ਬਸ ਇੱਕ ਬੰਦੇ ਦੇ ਪਾਸੇ ਜਾਣ ਦੀ ਦੇਰ ਸੀ ਕਿ ਉੱਥੇ ਜਿੰਨੇ ਲੋਕ ਪਹੁੰਚੇ ਸਨ ਉਹ ਸਾਰੇ ਉਸੇ ਪਾਸੇ ਜਾ ਕੇ ਖੜੇ ਹੋ ਗਏ ਕਿ ਇੰਨੀ ਜ਼ਮੀਨ ਜਾਇਦਾਦ ਹੈ, ਬਰਾਬਰ ਵੀ ਤਕਸੀਮ ਹੋਈ ਤੇ ਕੁਛ ਨਾ ਕੁਛ ਸਾਨੂੰ ਜ਼ਰੂਰ ਮਿਲੇਗਾ। ਹੁਣ ਉੱਥੇ ਖੜੇ ਰਹਿ ਗਏ ਤਾਂ ਉਹ ਪੰਡਿਤ ਜੀ ਅਤੇ ਉਸ ਭਗਵਾਨ ਦਾਸ ਦੇ 3 ਪੁੱਤਰ। ਪੰਡਿਤ ਜੀ ਇਸ ਤੋਂ ਪਹਿਲਾਂ ਕਿ ਉਸਦੇ ਪੁੱਤਰਾਂ ਨੂੰ ਕੁਝ ਪੁੱਛਦੇ, ਉਹ ਆਪਸ ਵਿੱਚ ਕੁਸਰ ਮੁਸਰ ਕਰਨ ਲੱਗੇ ਤੇ ਕਹਿਣ ਲੱਗੇ ਕਿ ਜੇ ਇਹਨਾਂ ਦੇ ਵਿੱਚ ਤਕਸੀਮ ਹੋ ਜਾਵੇਗੀ ਸਾਡੇ ਪੱਲੇ ਕੀ ਪੈਣਾ, ਆਪਾਂ ਵੀ ਖੜੇ ਹੋ ਜਾਂਦੇ ਹਾਂ, ਕੁਛ ਨਾ ਕੁਛ ਤੇ ਸਾਨੂੰ ਮਿਲੇਗਾ। ਪੰਡਿਤ ਜੀ ਬੜੇ ਹੈਰਾਨ ਹੋਏ। ਉਹ 3 ਪੁੱਤਰ ਨਹੀਂ, ਉਹ 3 ਕਪੁੱਤਰ ਸਨ ਤੇ ਉਹ ਵੀ ਉਹਨਾਂ ਬੇਸ਼ੁਕਰੇ ਨਾ ਸ਼ੁਕਰੇ ਲੋਕਾਂ ਦੇ ਵਿੱਚ ਖੜੇ ਹੋ ਗਏ ਜਿਨ੍ਹਾਂ ਨੂੰ ਭਗਵਾਨ ਦਾਸ ਦੇ ਮਰੇ ਤੇ ਕੋਈ ਅਫਸੋਸ ਨਹੀਂ ਸੀ, ਜਿਨ੍ਹਾਂ ਨੇ ਭਗਵਾਨ ਦਾਸ ਦੀ ਆਤਮਾ ਦੀ ਸ਼ਾਂਤੀ ਲਈ ਕੋਈ ਅਰਦਾਸ ਨਹੀਂ ਸੀ ਕਰਨੀ। ਪੰਡਿਤ ਜੀ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਸੀ। ਉਹ ਆਸੇ-ਪਾਸੇ ਦੇਖ ਹੀ ਰਹੇ ਸਨ ਕਿ ਸ਼ਮਸ਼ਾਨ ਘਾਟ ਦੇ ਦਰਵਾਜ਼ੇ ਕੋਲ ਦੀ 3 ਮਲੰਗ ਜਿਹੇ ਬੰਦੇ, ਜਿਨ੍ਹਾਂ ਦਾ ਕੋਈ ਅੱਗਾ ਪਿੱਛਾ ਨਹੀਂ ਸੀ, ਜਿਹੜੇ ਸ਼ੁਦਾਈ ਜਿਹੇ ਲੋਕ ਸਨ। ਉਹਨਾਂ ਦੇਖਿਆ ਕਿ ਕਿਸੇ ਦੇ ਸੰਸਕਾਰ ਦੀਆਂ ਰਸਮਾਂ ਹੋ ਰਹੀਆਂ ਨੇ ਤੇ ਉਹ ਅੰਦਰ ਲੰਘ ਆਏ। ਆ ਕੇ ਪੰਡਿਤ ਜੀ ਨੂੰ ਉਹਨਾਂ ਨੇ ਪੁੱਛਿਆ ਕਿ ਅਸੀਂ ਵੀ ਇਸ ਇਨਸਾਨ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਾਂ, ਪਰ ਆ ਕੀ ਇਹ ਲੋਕ ਇੱਕ ਪਾਸੇ ਕਿਉਂ ਖੜੇ ਨੇ? ਪੰਡਿਤ ਜੀ ਨੇ ਸਾਰਾ ਮਾਜਰਾ ਸਮਝਾ ਦਿੱਤਾ। ਇਹ ਮਲੰਗ ਜਿਹੇ ਲੋਕ ਜਿਨ੍ਹਾਂ ਬਾਰੇ ਇਹ ਮਸ਼ਹੂਰ ਹੈ ਕਿ ਮੰਗ ਕੇ ਖਾਂਦੇ ਨੇ, ਇਹਨਾਂ ਨੇ ਬੜਾ ਵੱਡਾ ਦਿਲ ਦਿਖਾਇਆ। ਇਹ ਕਹਿੰਦੇ ਕਿ ਕੋਈ ਗੱਲ ਨਹੀਂ, ਜੇ ਉਸਦੇ ਪੁੱਤਰ ਨਹੀਂ ਇਹਨਾਂ ਰਸਮਾਂ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਤੇ ਅਸੀਂ ਹੋ ਜਾਂਦੇ ਹਾਂ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਸਾਨੂੰ ਅੱਗੇ ਵੀ ਅਸੀਂ ਲੋਕਾਂ ਤੋਂ ਮੰਗ ਕੇ ਖਾਣਾ ਹੈ, ਲੈ ਕੇ ਖਾਣਾ ਹੈ, ਹੁਣ ਵੀ ਸਾਡਾ ਚੱਲੀ ਚਲਾਈ ਜਾਣਾ। ਸਾਨੂੰ ਕਿਸੇ ਦੀ ਜ਼ਮੀਨ ਜਾਇਦਾਦ ਦੇ ਨਾਲ ਕੋਈ ਪ੍ਰੇਮ ਨਹੀਂ, ਕੋਈ ਪਿਆਰ ਨਹੀਂ, ਸਾਨੂੰ ਰੱਤੀ ਭਰ ਵੀ ਲਾਲਚ ਨਹੀਂ। ਪੰਡਿਤ ਜੀ ਨੂੰ ਥੋੜਾ ਹੌਸਲਾ ਹੋਇਆ ਕਿ ਪ੍ਰਮਾਤਮਾ ਦੀ ਨੇਕੀ ਅਜੇ ਵੀ ਇਸ ਦੁਨੀਆ ਤੇ ਹੈ। ਅੰਤਿਮ ਰਸਮਾਂ ਕਰ ਦਿੱਤੀਆਂ ਗਈਆਂ। ਉਸ ਤੋਂ ਬਾਅਦ ਮੋਹਤਵਾਰਾਂ ਨੇ ਪੰਡਿਤ ਜੀ ਨੂੰ ਦੂਸਰਾ ਲਿਫਾਫਾ ਦਿੱਤਾ, ਨੀਲੀ ਚਿੱਠੀ ਦਿੱਤੀ, ਸਾਰਿਆਂ ਦੇ ਸਾਹਮਣੇ ਖੋਲ੍ਹੀ ਗਈ। ਉਹਦੇ ਨਾਲ ਵੀ ਕੋਈ ਛੇੜਛਾੜ ਨਹੀਂ ਸੀ ਹੋਈ। ਜਦੋਂ ਪੰਡਿਤ ਜੀ ਨੇ ਉਹ ਚਿੱਠੀ ਖੋਲ੍ਹੀ ਤਾਂ ਉਹਦੇ ਵਿੱਚ ਲਿਖਿਆ ਸੀ ਕਿ ਜਿਹੜੇ ਲੋਕ ਇੱਕ ਪਾਸੇ ਖੜੇ ਨੇ ਉਹ ਖੜੇ ਰਹਿਣ। ਮੈਂ ਆਪਣੀ ਪਹਿਲੀ ਵਸੀਅਤ ਨੂੰ ਰੱਦ ਕਰਦਾ ਹਾਂ। ਜਿਹੜੇ ਲੋਕਾਂ ਨੇ ਮੇਰੀਆਂ ਅੰਤਿਮ ਰਸਮਾਂ ਦੇ ਵਿੱਚ ਕੋਈ ਭੂਮਿਕਾ ਨਿਭਾਈ ਹੈ, ਜਿਨ੍ਹਾਂ ਨੂੰ ਮੇਰੇ ਮਰੇ ਤੇ ਕੋਈ ਅਫਸੋਸ ਹੋਇਆ ਹੈ ਜਾਂ ਜਿਨ੍ਹਾਂ ਨੇ ਪੰਡਿਤ ਜੀ ਦਾ ਸਾਥ ਦਿੱਤਾ ਹੋਵੇਗਾ, ਮੈਂ ਆਪਣੀ ਸਾਰੀ ਪੂੰਜੀ ਉਹਨਾਂ ਦੇ ਨਾਮ ਕਰਦਾ ਹਾਂ, ਬਰਾਬਰ ਹਿੱਸਿਆਂ ਦੇ ਵਿੱਚ ਤਕਸੀਮ ਕਰਦਾ ਹਾਂ। ਜਿਹੜੇ ਪਹਿਲਾਂ ਨਾਸ਼ੁਕਰੇ ਲੋਕ ਇੱਕ ਪਾਸੇ ਖੜੇ ਸੀ, ਉਹਨਾਂ ਨੇ ਮੱਥੇ ਤੇ ਹੱਥ ਮਾਰੇ। ਉਹਨਾਂ ਨੂੰ ਆਪਣੀ ਕੀਤੀ ਤੇ ਅਫਸੋਸ ਹੋਇਆ। ਸਾਰੇ ਇੱਕ ਦੂਜੇ ਨੂੰ ਨਫ਼ਰਤ ਦੀਆਂ ਨਿਗਾਹਾਂ ਨਾਲ ਦੇਖਣ ਲੱਗੇ। ਸਾਰੇ ਦੇਖਣ ਲੱਗੇ ਕਿ ਅਸੀਂ ਕਿੰਨੀ ਘਟੀਆ ਹਰਕਤ ਕਰ ਦਿੱਤੀ ਹੈ। ਚੰਦ ਪੈਸਿਆਂ ਦੇ ਲਾਲਚ ਵਿੱਚ ਆ ਕੇ ਅਸੀਂ ਪਰਮਾਤਮਾ ਦੇ ਦਰਬਾਰ ਤੇ ਝੂਠੇ ਹੋ ਗਏ ਹਾਂ। ਤੇ ਇੱਧਰ ਜਿਨ੍ਹਾਂ ਨੂੰ ਕੋਈ ਲਾਲਚ ਨਹੀਂ ਸੀ, ਜਿਨ੍ਹਾਂ ਨੂੰ ਰੱਤੀ ਭਰ ਵੀ ਕਿਸੇ ਚੀਜ਼ ਦੇ ਨਾਲ ਪ੍ਰੇਮ ਨਹੀਂ, ਤੇ ਉਹ ਅੱਜ ਇੰਨੀ ਵੱਡੀ ਜਾਇਦਾਦ ਦੇ ਮਾਲਕ ਬਣ ਗਏ ਨੇ। ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਬਹੁਤ ਵੱਡਾ ਸੰਦੇਸ਼ ਦਿੰਦਾ ਹੈ ਕਿ ਪਰਮਾਤਮਾ ਨੇਕੀ ਦਾ ਬਦਲਾ ਜ਼ਰੂਰ ਦਿੰਦੇ ਨੇ, ਚਾਹੇ ਇਸ ਜਹਾਨ ਦੇ ਵਿੱਚ ਦੇ ਦੇਣ, ਚਾਹੇ ਅਗਲੇ ਜਹਾਨ ਦੇ ਵਿੱਚ। ਇਸ ਕਰਕੇ ਇਨਸਾਨ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਨੇਕ ਕੰਮ ਕਰਨ ਦੀ ਨੀਅਤ ਚੱਤੋ ਪੈਰ ਰਹਿਣੀ ਚਾਹੀਦੀ ਹੈ। ਜਦੋਂ ਵੀ ਕੋਈ ਕੰਮ ਕਰਦੇ ਆ ਨਾ, ਉਹਦੇ ਵਿੱਚ ਕੋਈ ਲਾਲਚ ਨਹੀਂ ਹੋਣਾ ਚਾਹੀਦਾ।
ਰੱਤੀ ਭਰ ਵੀ ਜੇ ਲਾਲਚ ਨਾ ਹੋਵੇ ਤੇ ਉਹ ਕੰਮ ਸਗਾਰਥ ਹੁੰਦਾ ਹੈ। ਜਿਸ ਤਰੀਕੇ ਨਾਲ ਇਹ ਤਿੰਨ ਮਲੰਗ ਜਿਹੇ ਬੰਦਿਆਂ ਦੀ ਸਾਰੀ ਜ਼ਿੰਦਗੀ ਸਗਾਰਥ ਹੋ ਗਈ ਸੀ।